ਪਿਆਰੇ ਬੱਚਿਓ, ਅੱਜ ਅਸੀਂ ਸਰੀਰਕ ਸਿੱਖਿਆ ਦਾ 9ਵੀਂ ਜਮਾਤ ਦਾ ਚੌਥਾ ਪਾਠ ਪੜ੍ਹਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਮੁੱਢਲੀ ਸਹਾਇਤਾ। ਬੱਚਿਓ, ਮੁੱਢਲੀ ਸਹਾਇਤਾ ਕੀ ਹੁੰਦੀ ਹੈ? ਉਹ ਸਹਾਇਤਾ ਜੋ ਕਿਸੇ ਰੋਗੀ ਜਾਂ ਜ਼ਖਮੀ ਨੂੰ ਘਟਨਾ ਵਾਲੀ ਥਾਂ 'ਤੇ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਨਿਯਮਾਂ ਅਨੁਸਾਰ ਦਿੱਤੀ ਜਾਵੇ, ਉਸ ਨੂੰ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ। ਤੁਸੀਂ ਇਹ ਪਾਠ 8ਵੀਂ ਵਿੱਚ ਵੀ ਪੜ੍ਹਿਆ ਹੋਇਆ ਹੈ। ਹੁਣ ਆਪਾਂ ਇਸ ਦੇ ਅਗਲੇ ਟੌਪਿਕਸ ਬਾਰੇ ਗੱਲ ਕਰਦੇ ਹਾਂ। ਬੱਚਿਓ, ਮੁੱਢਲੀ ਸਹਾਇਤਾ ਜੋ ਹੈ, ਜਦੋਂ ਅਸੀਂ ਕਿਸੇ ਰੋਗੀ ਨੂੰ ਅਜਿਹੀ ਹਾਲਤ ਵਿੱਚ ਹੋਈਏ ਜਾਂ ਰੋਗੀ ਅਜਿਹੀ ਹਾਲਤ ਵਿੱਚ ਹੋਵੇ, ਜਿਵੇਂ ਮੰਨ ਲਓ ਸੜਕ 'ਤੇ ਜਾਂਦਿਆਂ ਹੋਇਆਂ ਜਾਂ ਖੇਡ ਦੇ ਮੈਦਾਨ ਵਿੱਚ ਖੇਡਦਿਆਂ, ਰਸੋਈ ਵਿੱਚ ਕੰਮ ਕਰਦਿਆਂ ਜਾਂ ਪੌੜੀਆਂ ਉਤਰਦਿਆਂ ਕਿਸੇ ਵਕਤ ਵੀ ਮਨੁੱਖ ਨੂੰ ਅਚਾਨਕ ਚੋਟ ਲੱਗ ਜਾਵੇ ਜਾਂ ਕਿਸੇ ਹੋਰ ਕਾਰਨ ਵੀ, ਅਤੇ ਉਸ ਜਗ੍ਹਾ 'ਤੇ ਡਾਕਟਰ ਮੌਜੂਦ ਨਾ ਹੋਵੇ, ਤਦ ਉਸ ਸੱਟ ਨੂੰ ਹੋਰ ਵਧਣ ਤੋਂ ਰੋਕਣ ਲਈ ਕਿਸੇ ਵਿਅਕਤੀ ਵੱਲੋਂ ਫੱਟੜ ਜਾਂ ਰੋਗੀ ਦੀ ਜੋ ਤੁਰੰਤ ਮਦਦ ਕੀਤੀ ਜਾਂਦੀ ਹੈ, ਉਸ ਨੂੰ ਅਸੀਂ ਮੁੱਢਲੀ ਸਹਾਇਤਾ ਕਹਿ ਦਿੰਦੇ ਹਾਂ। ਜੀਵਨ ਦਾ ਜਿਉਣਾ ਇੱਕ ਗੁੰਝਲਦਾਰ ਮਸਲਾ ਹੈ। ਅੱਜ ਕੱਲ੍ਹ ਦੇ ਮਸ਼ੀਨੀ ਯੁੱਗ ਵਿੱਚ ਜੀਵਨ ਦੀ ਰਫ਼ਤਾਰ ਤੇਜ਼ ਅਤੇ ਮੁਸ਼ਕਿਲ ਹੋ ਗਈ ਹੈ। ਇਹਨਾਂ ਦਾ ਆਪਸੀ ਮੇਲ ਜੋਲ ਅਤੇ ਸੰਤੁਲਨ ਘਟ ਜਾਂਦਾ ਹੈ, ਤਦ ਅਚਾਨਕ ਹਾਦਸਿਆਂ ਦਾ ਹੋ ਜਾਣਾ ਇੱਕ ਆਮ ਗੱਲ ਹੈ। ਜੇਕਰ ਫੱਟੜ ਜਾਂ ਰੋਗੀ ਵਿਅਕਤੀ ਨੂੰ ਤੁਰੰਤ ਮੁੱਢਲੀ ਸਹਾਇਤਾ ਮਿਲ ਜਾਵੇ, ਤਦ ਉਸ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਬੱਚਿਓ, ਮੁੱਢਲੀ ਸਹਾਇਤਾ ਦੇਣ ਦਾ ਉਦੇਸ਼ ਵੀ ਇਹੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਰੋਗੀ ਦੀ ਜ਼ਿੰਦਗੀ ਨੂੰ ਬਚਾਉਣਾ ਹੈ, ਜਾਨ ਨੂੰ ਬਚਾਉਣਾ ਹੈ। ਦੂਸਰਾ, ਆਪਾਂ ਕਹਿ ਸਕਦੇ ਹਾਂ ਉਹਦੀ ਹਾਲਤ ਨੂੰ ਵਿਗੜਨ ਤੋਂ ਰੋਕਣਾ ਹੈ। ਤੀਸਰਾ, ਰੋਗੀ ਦੀ ਹਾਲਤ ਵਿੱਚ ਸੁਧਾਰ ਕਰਨ ਦਾ ਕੰਮ ਹੈ। ਚੌਥਾ, ਅਸੀਂ ਕਹਿੰਦੇ ਹਾਂ ਰੋਗੀ ਨੂੰ ਨੇੜੇ ਦੇ ਹਸਪਤਾਲ ਵਿੱਚ ਵੀ ਲੈ ਕੇ ਜਾਣਾ ਜ਼ਰੂਰੀ ਹੈ, ਕਿਉਂਕਿ ਜੋ ਮੁੱਢਲਾ ਸਹਾਇਕ ਹੈ ਉਹ ਡਾਕਟਰ ਨਹੀਂ ਹੈ, ਸਿਰਫ ਉਸ ਨੂੰ ਮਾੜੀ ਥੋੜ੍ਹੀ ਬਹੁਤ ਜਾਣਕਾਰੀ ਹੈ ਤਾਂ ਜੋ ਰੋਗੀ ਦੀ ਜਾਨ ਨੂੰ ਬਚਾਉਣ ਵਿੱਚ ਉਹ ਮਦਦ ਕਰ ਸਕੇ। ਇਸ ਕਰਕੇ ਰੋਗੀ ਨੂੰ ਹਸਪਤਾਲ ਲਿਜਾਣਾ ਵੀ ਜ਼ਰੂਰੀ ਹੋ ਜਾਂਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ, ਕੁਝ ਸੱਟਾਂ ਜਾਂ ਇਸ ਤਰ੍ਹਾਂ ਦੀਆਂ ਹਨ ਜੋ ਖੇਡ ਦੇ ਮੈਦਾਨ ਵਿੱਚ ਬਹੁਤ ਵਾਪਰਦੀਆਂ ਹਨ। ਇਸ ਲਈ ਜੇ ਸਾਰੇ ਪਾਸਿਆਂ ਤੋਂ ਪ੍ਰਬੰਧ ਪੂਰਨ ਤਸੱਲੀਯੋਗ ਹੋਵੇ, ਗਰਾਊਂਡ ਨਾ ਬਹੁਤੀ ਸਖਤ ਅਤੇ ਨਾ ਬਹੁਤੀ ਨਰਮ ਹੋਵੇ, ਤਾਂ ਜਾਂ ਖੇਡਾਂ ਦਾ ਸਮਾਨ ਹੈ ਜੋ ਉਹ ਠੀਕ ਪ੍ਰਕਾਰ ਦਾ ਬਣਿਆ ਹੋਵੇ, ਇਸ ਦਾ ਨਾਪ ਤੋਲ ਵੀ ਖਿਡਾਰੀ ਦੀ ਉਮਰ ਅਤੇ ਕੱਦ ਅਨੁਸਾਰ ਹੋਵੇ, ਅਤੇ ਖੇਡ ਵੀ ਕਿਸੇ ਯੋਗ ਪ੍ਰਬੰਧਕ ਦੀ ਦੇਖ ਰੇਖ ਹੇਠ ਚੱਲ ਰਹੀ ਹੋਵੇ, ਤਦ ਇਹ ਅਚਾਨਕ ਸੱਟਾਂ ਘਟਾਈਆਂ ਜਾ ਸਕਦੀਆਂ ਹਨ। ਪਰ ਬਿਲਕੁਲ ਖਤਮ ਨਹੀਂ ਕੀਤੀਆਂ ਜਾ ਸਕਦੀਆਂ ਬੱਚਿਓ, ਪਰ ਘਟਾਈਆਂ ਜਾ ਸਕਦੀਆਂ ਹਨ। ਇਹੋ ਜਿਹੇ ਮੌਕੇ ਜਿਵੇਂ ਅਧਿਆਪਕ ਨਜ਼ਦੀਕ ਹੁੰਦਾ, ਕੋਚ, ਕੋਈ ਸਾਥੀ ਖਿਡਾਰੀ ਜਾਂ ਦਰਸ਼ਕ ਹੀ ਸਹਾਇਤਾ ਦੇ ਸਕਦੇ ਹਨ। ਇਸ ਲਈ ਜ਼ਰੂਰੀ ਮੌਕੇ 'ਤੇ ਕੰਮ ਆਉਣ ਲਈ ਸਭ ਨੂੰ ਤਿਆਰ ਰਹਿਣਾ ਚਾਹੀਦਾ ਹੈ, ਭਾਵ ਕਿ ਹਰੇਕ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਲੋੜ ਪੈਣ 'ਤੇ ਕੋਈ ਨਿੱਕੀ ਮੋਟੀ ਸੱਟ ਫੇਟ 'ਤੇ ਆਪਾਂ ਜੋ ਰੋਗੀ ਹੈ ਜਾਂ ਜਿਸ ਨੂੰ ਸੱਟ ਫੇਟ ਲੱਗੀ ਹੈ, ਉਸ ਦੀ ਅਸੀਂ ਸਹਾਇਤਾ ਕਰ ਸਕੀਏ। ਅੱਗੇ ਬੱਚੇ ਅਸੀਂ ਗੱਲ ਕਰਦੇ ਹਾਂ, ਇਹ ਜਿਹੜੀ ਹੈ 3 ਜ਼ਰੂਰੀ ਗੱਲਾਂ ਅਸੀਂ ਧਿਆਨ ਵਿੱਚ ਰੱਖਣੀਆਂ ਨੇ ਜਦੋਂ ਕਿਸੇ ਨੂੰ ਮੁੱਢਲੀ ਸਹਾਇਤਾ ਦੇਣੀ ਹੁੰਦੀ ਹੈ। ਤਾਂ ਸਭ ਤੋਂ ਪਹਿਲੀ ਗੱਲ ਕੀ ਹੈ, ਉਹ ਹੈ ਕਿ ਸੱਟ ਦੀ ਦਸ਼ਾ ਕੀ ਹੈ, ਨੇਚਰ ਆਫ ਇੰਜਰੀ, ਸੱਟ ਕਿਸ ਪ੍ਰਕਾਰ ਦੀ ਲੱਗੀ ਹੈ, ਉਸ ਨੂੰ ਵਾਚ ਕੇ ਫਿਰ ਅਸੀਂ ਉਸ ਦਾ ਟ੍ਰੀਟਮੈਂਟ ਜਾਂ ਜੋ ਅਸੀਂ ਸਹਾਇਤਾ ਕਰ ਸਕਦੇ ਹਾਂ ਉਹ ਕਰਨੀ ਹੈ। ਦੂਸਰਾ, ਅਸੀਂ ਕਹਿ ਸਕਦੇ ਹਾਂ ਕਿ ਸੱਟ ਦਾ ਜ਼ੋਰ ਕਿੰਨਾ ਕੁ ਹੈ, ਕਿੰਨੀ ਕੁ ਡੂੰਘੀ ਸੱਟ ਲੱਗੀ ਹੈ, ਕਿਸ ਤਰੀਕੇ ਦੀ ਸੱਟ ਹੈ, ਉਸ ਨੂੰ ਵੀ ਅਸੀਂ ਨੇ ਪੂਰਾ ਪਰਖਣ ਤੋਂ ਬਾਅਦ ਫਿਰ ਉਸ 'ਤੇ ਅੱਗੇ ਕੰਮ ਕਰਨਾ ਹੈ। ਤੀਸਰਾ ਹੈ ਕਿ ਮੁੱਢਲੀ ਸਹਾਇਤਾ ਦੀ ਵਿਧੀ ਕੀ ਹੋਊ ਇੱਥੇ, ਕਿਉਂਕਿ ਹਰ ਸਮੇਂ ਹਰ ਕੰਡੀਸ਼ਨ ਦੇ ਵਿੱਚ ਅਲੱਗ-ਅਲੱਗ ਸਮੇਂ 'ਤੇ ਜੋ ਮੁੱਢਲੀ ਸਹਾਇਤਾ ਦੀ ਸਥਿਤੀ ਹੈ, ਜੋ ਵਿਧੀ ਹੈ, ਉਹ ਅਲੱਗ-ਅਲੱਗ ਹੋਊਗੀ। ਇਸ ਕਰਕੇ ਸਾਨੂੰ 3 ਗੱਲਾਂ ਦਾ ਪਹਿਲਾਂ ਪੂਰਾ ਧਿਆਨ ਰੱਖਣਾ ਪੈਣਾ ਹੈ ਜਦੋਂ ਵੀ ਅਸੀਂ ਕਿਸੇ ਨੂੰ ਮੁੱਢਲੀ ਸਹਾਇਤਾ ਦੇਣੀ ਹੈ। ਬੱਚਿਓ, ਅੱਗੇ ਅਸੀਂ ਗੱਲ ਕਰਦੇ ਹਾਂ ਕਿ ਪੱਠਿਆਂ ਦਾ ਤਣਾਓ ਕੀ ਹੁੰਦਾ ਹੈ। ਇਹ ਆਮ ਕੁਐਸਚਨ ਵੀ ਆ ਜਾਂਦਾ ਹੁੰਦਾ ਛੋਟਾ, ਪੱਠਿਆਂ ਦਾ ਤਣਾਓ। ਅਸੀਂ ਸਿੰਪਲ ਭਾਸ਼ਾ ਵਿੱਚ ਇਹ ਕਹਿ ਸਕਦੇ ਹਾਂ ਬੱਚਿਓ ਕਿ ਪੱਠਿਆਂ ਦਾ ਖਿੱਚਿਆ ਜਾਣਾ ਪੱਠਿਆਂ ਦਾ ਤਣਾਓ ਹੈ। ਸਮਝ ਲੱਗੀ? ਪੱਠਿਆਂ ਦਾ ਖਿੱਚਿਆ ਜਾਣਾ ਪੱਠਿਆਂ ਦਾ ਤਣਾਓ ਆਖਿਆ ਜਾਂਦਾ ਹੈ। ਪੱਠਿਆਂ ਵਿੱਚ ਕਾਫੀ ਸੋਜ ਆ ਜਾਂਦੀ ਹੈ ਅਤੇ ਇਹ ਸਖਤ ਪੀੜ ਹੁੰਦੀ ਰਹਿੰਦੀ ਹੈ, ਮਤਲਬ ਕਿ ਭਾਵ ਕਿ ਜਿਵੇਂ ਰੂੰ ਆਪਾਂ ਕਹਿੰਦੇ ਕਾਟਨ, ਆਪਣੀ ਰੂੰ ਜੇਕਰ ਆਪਾਂ ਖਿੱਚੀਏ
पकड़ के, तो जिवें विच फट जाती हो माड़ी माड़ी, तोड़नी नहीं, माड़ी माड़ी खिंचनी, वो आपस लफदी है। उस प्रकार जिहड़े साडे पट्ठे ने वो ऐं लफ जाते हैं, खिंचे जाते हैं, विचों पाड़ जाते हैं माड़े माड़े, तो असीं इस नूं पट्ठिਆਂ ਦਾ तणाव कह सकते हाँ। ਅੱਗੇ ਗੱਲ ਕਰਦੇ ਹਾਂ कि पट्ठिਆਂ ਦੇ तणाव ਦਾ ਕਾਰਨ ਕੀ है। ਸਭ ਤੋਂ ਪਹਿਲਾਂ ਬੱਚਿਓ ਕਾਰਨ ਹੋ ਜਾਂਦਾ ਹੈ, ਕਿਉਂਕਿ ਜਿਹੜੀ ਆਪਣੀ ਮੁੱਢਲੀ ਸਹਾਇਤਾ ਦਾ ਅੱਜ ਦਾ ਟੌਪਿਕ ਹੈ ਨਾ, ਇਹ ਅਸਲ ਦੇ ਵਿੱਚ ਖੇਡਾਂ ਨਾਲ ਸੰਬੰਧਿਤ ਹੀ ਹੈ, ਕਿ ਜੋ ਗਰਾਊਂਡ ਦੇ ਵਿੱਚ ਸੱਟਾਂ ਫੇਟਾਂ ਲੱਗਦੀਆਂ ਹਨ ਉਹਨਾਂ ਨਾਲ ਸੰਬੰਧਿਤ ਅਸੀਂ ਸਾਰਾ ਜੋ ਹੈ ਪਾਠ ਇਹ ਉਹ ਸਾਡਾ ਪੂਰਾ ਘੁੰਮਣਾ ਹੈ। ਸਭ ਤੋਂ ਪਹਿਲਾਂ ਅਸੀਂ ਕਰ ਸਕਦੇ ਹਾਂ ਗੱਲ ਕਰਾਂਗੇ ਪੱਠਿਆਂ ਦੇ ਤਣਾਅ ਦਾ ਕਾਰਨ ਹੈ ਸਰੀਰ ਦੇ ਸਾਰੇ ਅੰਗਾਂ ਦਾ ਆਪਸੀ ਤਾਲਮੇਲ ਠੀਕ ਨਾ ਹੋਣਾ, ਭਾਵ ਕਿ ਪੂਰੀ ਬਾਡੀ ਜੋ ਹੈ ਉਹ ਕੰਮ ਕਰਨ ਲਈ ਤਿਆਰ ਨਹੀਂ ਹੁੰਦੀ। ਇੱਕਦਮ ਅਸੀਂ ਕੋਈ ਕੰਮ ਸ਼ੁਰੂ ਕਰ ਦਿੰਦੇ ਹਾਂ ਅਤੇ ਪੱਠਿਆਂ ਵਿੱਚ ਤਣਾਅ ਆ ਸਕਦਾ ਹੈ। ਦੂਸਰਾ ਅਸੀਂ ਕਹਿ ਸਕਦੇ ਹਾਂ ਸਰੀਰ ਵਿੱਚੋਂ ਪਸੀਨੇ ਰਾਹੀਂ ਪਾਣੀ ਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਬਾਹਰ ਨਿਕਲ ਜਾਣਾ। ਜਦੋਂ ਅਸੀਂ ਗੇਮ ਕਰਦੇ ਹਾਂ ਤਾਂ ਨੈਚੁਰਲੀ ਹੈ ਕਿ ਪਸੀਨਾ ਆਉਂਦਾ ਹੈ। ਤੀਸਰਾ ਆਪਾਂ ਕਹਿ ਸਕਦੇ ਹਾਂ ਬੱਚਿਓ ਇਹਦਾ ਕਾਰਨ ਹੈ ਸਰੀਰ ਦੀ ਹੱਦ ਤੋਂ ਜ਼ਿਆਦਾ ਥਕਾਵਟ। ਕਈ ਵਾਰੀ ਅਸੀਂ ਆਪਣੀ ਐਕਸਰਸਾਈਜ਼ ਜਾਂ ਮਿਹਨਤ ਅਸੀਂ ਇੰਨੀ ਜ਼ਿਆਦਾ ਕਰ ਲੈਂਦੇ ਹਾਂ ਕਿ ਸਾਡਾ ਜੋ ਸਰੀਰ ਹੈ ਉਹ ਥੱਕ ਜਾਂਦਾ ਹੈ, ਥੱਕ ਕੇ ਉਹ ਕੰਮ ਕਰਨ ਦੇ ਯੋਗ ਨਹੀਂ ਹੁੰਦਾ, ਫਿਰ ਵੀ ਆਪਾਂ ਉਸ ਤੋਂ ਕੰਮ ਲੈਂਦੇ ਹਾਂ, ਤਾਂ ਉਸ ਸਥਿਤੀ ਵਿੱਚ ਕੀ ਆ, ਪੱਠਿਆਂ ਵਿੱਚ ਤਣਾਅ ਜਾਂ ਪੱਠੇ ਖਿੱਚੇ ਜਾਂਦੇ ਹਨ, ਫਟ ਜਾਂਦੇ ਹਨ ਉੱਥੇ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਪੱਠਿਆਂ ਨੂੰ ਇੱਕਦਮ ਤੇਜ਼ ਹਰਕਤ ਵਿੱਚ ਲੈ ਆਉਣਾ। ਕਈ ਵਾਰ ਕੀ ਆ, ਆਪਾਂ ਮੰਨ ਲਓ ਖੜ੍ਹੇ ਹਾਂ, ਸਪੋਜ਼ ਇੱਕਦਮ ਅਸੀਂ ਕਿਸੇ ਕਾਰਨ ਝਟਕਾ ਪੈ ਜਾਏ ਜਾਂ ਮੂਵ ਕਰ ਦਈਏ ਕਿਸੇ ਪਾਸੇ ਨੂੰ, ਜਾਂ ਇੱਕਦਮ ਭੱਜਣਾ ਸ਼ੁਰੂ ਕਰ ਦਈਏ, ਔਰ ਸਾਡੀ ਬਾਡੀ ਉਸ ਵਕਤ ਉਹ ਕੰਮ ਕਰਨ ਲਈ ਤਿਆਰ ਨਹੀਂ ਸੀਗੀ, ਤਾਂ ਅਜਿਹੀ ਸਥਿਤੀ ਵਿੱਚ ਕੀ ਹੁੰਦਾ, ਸਾਡੇ ਪੱਠਿਆਂ ਵਿੱਚ ਖਿਚਾਓ ਆ ਸਕਦਾ ਹੈ। ਜਾਂ ਫਿਰ ਬੱਚਿਓ ਖੇਡ ਦਾ ਮੈਦਾਨ ਬਹੁਤ ਸਖਤ ਜਾਂ ਨਰਮ ਹੋਣਾ, ਸਾਡੀ ਪ੍ਰੈਕਟਿਸ ਦੇ ਉਲਟ ਮੈਦਾਨ ਹੋਣਾ। ਅਸੀਂ ਪ੍ਰੈਕਟਿਸ ਕਿਸੇ ਹੋਰ ਤਰ੍ਹਾਂ ਦੇ ਗਰਾਊਂਡ ਵਿੱਚ ਕੀਤੀ ਹੁੰਦੀ ਹੈ, ਸਾਨੂੰ ਇੱਕਦਮ ਕਿਸੇ ਹੋਰ ਤਰ੍ਹਾਂ ਦੇ ਗਰਾਊਂਡ ਵਿੱਚ ਜੋ ਆਪਣੀ ਐਕਸਰਸਾਈਜ਼ ਹੈ ਜਾਂ ਜੋ ਮੈਚ ਨਹੀਂ ਲਾਉਣੇ ਪੈਂਦੇ ਨੇ, ਤਾਂ ਉੱਥੇ ਵੀ ਪੱਠਿਆਂ ਵਿੱਚ ਤਣਾਅ ਆਉਣ ਦਾ ਬਹੁਤ ਚਾਂਸਿਸ ਵੱਧ ਜਾਂਦੇ ਨੇ। ਅਗਰ ਅਸੀਂ ਕਹਿ ਸਕਦੇ ਹਾਂ ਖੇਡ ਦੇ ਸਮਾਨ ਅਤੇ ਸਰੀਰਕ ਸ਼ਕਤੀ ਦਾ ਉਚਿਤ ਅਨੁਪਾਤ ਨਾ ਹੋਣਾ, ਤਾਂ ਇਹ ਵੀ ਇੱਕ ਕਾਰਨ ਹੈ ਪੱਠਿਆਂ ਵਿੱਚ ਤਣਾਅ ਦਾ। ਜਾਂ ਬੱਚਿਓ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਸਰੀਰ ਗਰਮ ਨਾ ਕਰਨਾ। ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਇੱਕਦਮ ਅਸੀਂ ਕਿਸੇ ਵੀ ਚੀਜ਼ ਵਿੱਚ ਆਪਣੀ ਮੂਵਮੈਂਟ ਲੈ ਆਉਂਦੇ ਹਾਂ ਬਾਡੀ ਦੀ, ਔਰ ਸਾਡੀ ਬਾਡੀ ਉਹ ਕੰਮ ਕਰਨ ਲਈ ਤਿਆਰ ਨਹੀਂ ਹੁੰਦੀ, ਤਾਂ ਅਜਿਹੀ ਸਥਿਤੀ ਵਿੱਚ ਕੀ ਹੁੰਦਾ, ਸਾਡੇ ਪੱਠਿਆਂ ਵਿੱਚ ਤਣਾਅ ਆ ਜਾਂਦਾ ਹੈ, ਸਾਡੇ ਪੱਠਿਆਂ ਜੇ ਖਿਚਾਓ ਆ ਜਾਂਦਾ, ਖਿੱਚੇ ਜਾਂਦੇ ਨੇ ਉਹ। ਤਾਂ ਆਪਾਂ ਇਹੀ ਗੱਲ ਕੀਤੀ ਕਿ ਪੱਠਿਆਂ ਦਾ ਖਿੱਚੇ ਜਾਣਾ ਪੱਠਿਆਂ ਦਾ ਤਣਾਅ ਹੈ। ਅੱਗੇ ਗੱਲ ਕਰਾਂਗੇ ਕਿ ਇਹਦੇ ਚਿੰਨ੍ਹ ਕੀ ਨੇ। ਜੇਕਰ ਸਾਡੇ ਪੱਠਿਆਂ ਵਿੱਚ ਤਣਾਅ ਆ ਜਾਏ, ਖਿਚਾਓ ਆ ਜਾਏ, ਤਾਂ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਸਾਡੇ ਪੱਠਿਆਂ ਵਿੱਚ ਤਣਾਅ ਆ ਗਿਆ। ਇਹ ਮਾਸਪੇਸ਼ੀਆਂ ਵਿੱਚ ਵੀ ਲਹੂ ਕੋਸ਼ਿਕਾਵਾਂ ਟੁੱਟ ਵੀ ਜਾਂਦੀਆਂ ਨੇ, ਤਾਂ ਇਸ ਦੇ ਚਿੰਨ੍ਹ ਜੋ ਹੈ ਨੇ ਉਹ ਕੀ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੱਠਿਆਂ ਵਿੱਚ ਅਚਾਨਕ ਖਿਚਾਅ ਦਾ ਹੋਣਾ, ਭਾਵ ਕਿ ਪਹਿਲਾਂ ਵੀ ਇਹੀ ਗੱਲ ਹੈ ਕਿ ਪੱਠੇ ਖਿੱਚੇ ਜਾਂਦੇ ਹਨ। ਸਾਨੂੰ ਤੇ ਪੱਠਿਆਂ ਦੀ ਕਮਜ਼ੋਰੀ ਜਿਸ ਕਰਕੇ ਇਹ ਕੰਮ ਕਰਨ ਦੇ ਕਾਬਲ ਨਹੀਂ ਰਹਿੰਦੇ, ਸੱਟ ਲੱਗਣ ਤੋਂ ਬਾਅਦ ਇੱਕਦਮ ਪੀੜ ਮਹਿਸੂਸ ਹੁੰਦੀ ਹੈ, ਉੱਥੇ ਖਿੱਚ ਹੋ ਜਾਂਦੀ ਹੈ, ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਨੂੰ ਪਤਾ ਲੱਗਦਾ ਵੀ ਇੱਥੇ ਸਾਡੇ ਕੋਈ ਅੰਦਰ ਇੰਜਰੀ, ਕੋਈ ਪ੍ਰੋਬਲਮ ਹੋਈ ਹੈ। ਅੱਗੇ ਅਸੀਂ ਗੱਲ ਕਰਾਂਗੇ ਕਿ ਸੱਟ ਲੱਗਣ ਵਾਲੀ ਜਗ੍ਹਾ ਦਾ ਨਰਮ ਹੋ ਜਾਂਦਾ ਹੈ, ਭਾਵ ਕਿ ਜਿਵੇਂ ਕਾਟਨ ਆਪਾਂ ਦੱਬ ਦਈਏ ਤਾਂ ਉੱਥੋਂ ਵੀ ਕੀ ਹੈ, ਉਵੇਂ ਉਹ ਦਬੀ ਰਹਿੰਦੀ ਹੈ। ਤਾਂ ਜੇਕਰ ਪੱਠਿਆਂ ਵਿੱਚ ਕਿਤੇ ਖਿਚਾਓ ਆ ਗਿਆ, ਤਣਾਅ ਆ ਗਿਆ, ਤਾਂ ਉਹ ਜਗ੍ਹਾ ਕੀ ਹੈ, ਸਾਡੀ ਨਰਮ ਹੋ ਜਾਂਦੀ ਹੈ। ਸੱਟ ਵਾਲੀ ਜਗ੍ਹਾ 'ਤੇ ਡੂੰਘ ਦਿਖਾਈ ਦੇਊਗਾ ਸਾਨੂੰ, ਜਾਂ ਫਿਰ ਅਸੀਂ ਕੀ ਕਰਦੇ ਹਾਂ, ਸੱਟ ਵਾਲੀ ਜਗ੍ਹਾ 'ਤੇ ਆਸ-ਪਾਸ ਦੀ ਥਾਂ ਕਦੀ ਕਦੀ ਨੀਲੇ ਰੰਗ ਦੀ ਵੀ ਹੋ ਜਾਂਦੀ ਹੈ, ਭਾਵ ਕਿ ਨੀਲ ਪੈ ਜਾਂਦੇ ਨੇ। ਆਪਾਂ ਕਹਿੰਦੇ ਡੂੰਘ ਨੀਲ ਪੈ ਗਿਆ, ਤਾਂ ਉਸਦਾ ਰੀਜ਼ਨ ਵੀ ਕੀ ਹੈ, ਅੰਦਰ ਇੰਜਰੀ ਕੋਈ ਹੋਈ ਹੈ। ਸੋ ਬੱਚਿਓ ਜੇਕਰ ਸਾਨੂੰ ਅਜਿਹੀ ਕੋਈ ਪ੍ਰੋਬਲਮ ਆ ਜਾਂਦੀ ਹੈ, ਪੱਠਿਆਂ ਦਾ ਤਣਾਅ ਹੋ ਜਾਂਦਾ ਹੈ, ਅਸੀਂ ਉਹ ਤੋਂ ਦੇਖ ਲੈਂਦੇ ਹਾਂ ਕਿ ਸਾਡੇ ਪੱਠਿਆਂ ਵਿੱਚ ਤਣਾਅ ਆਇਆ ਹੋਇਆ ਹੈ, ਇਸ ਕਰਕੇ ਸਾਡੇ ਪੇਨ ਹੋ ਰਹੀ ਹੈ, ਤਾਂ ਅਸੀਂ ਇਸ ਤੋਂ ਬਚਾਓ ਕਿਵੇਂ ਕਰ ਸਕਦੇ ਹਾਂ, ਇਸ ਨੂੰ ਕਿਵੇਂ ਠੀਕ ਕਰ ਸਕਦੇ ਹਾਂ। ਤਾਂ ਅਸੀਂ ਬਚਾਓ ਲਈ, ਇਹਨਾਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਅਸੀਂ ਕਰ ਸਕਦੇ ਹਾਂ ਕਿ ਕਿਉਂਕਿ ਸਾਡੀ ਗਰਾਊਂਡ ਨਾਲ ਸੰਬੰਧਿਤ ਸਾਰੀ ਗੱਲਬਾਤ ਅੱਜ ਦੀ, ਤਾਂ ਖੇਡ ਦੇ ਮੈਦਾਨ ਬਿਲਕੁਲ ਸਾਫ਼ ਔਰ ਸਮਤਲ ਹੋਣਾ ਚਾਹੀਦਾ ਹੈ। ਖੇਡਣ ਤੋਂ ਪਹਿਲਾਂ ਉਸ ਵਿੱਚੋਂ ਰੋੜੇ ਆਦਿ ਸਾਨੂੰ ਚੁਗ ਲੈਣੇ ਚਾਹੀਦੇ ਹਨ, ਉਸ ਦੀ ਚੰਗੀ ਤਰੀਕੇ ਨਾਲ ਸਫਾਈ ਕਰ ਲੈਣੀ ਚਾਹੀਦੀ ਹੈ, ਤਾਂ ਕਿ ਸਾਡੇ ਪੈਰ ਨੀਚੇ ਕੋਈ ਰੋੜਾ ਨਾ ਆ ਜਾਏ, ਤਾਂ ਸਾਡੇ ਕੋਈ ਸੱਟ ਵਗੈਰਾ ਨਾ ਲੱਗ ਜਾਏ। ਤਾਂ ਸੋ ਸਾਨੂੰ ਆਪਣਾ ਜੋ ਗਰਾਊਂਡ ਹੈ ਉਹ ਚੰਗੇ ਤਰੀਕੇ ਨਾਲ ਖੇਡਣ ਤੋਂ ਪਹਿਲਾਂ ਸਾਫ਼ ਕਰ ਲੈਣਾ ਚਾਹੀਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਗਿੱਲੀ ਤਿਲਕਵੀਂ ਗਰਾਊਂਡ ਅਤੇ ਘਾਹ ਦੀ ਤਰੇਲ 'ਤੇ ਕਦੇ ਨਹੀਂ ਖੇਡਣਾ ਚਾਹੀਦਾ। ਕਈ ਵਾਰੀ ਕੀ ਹੁੰਦਾ ਹੈ, ਜਿਵੇਂ ਸਰਦੀਆਂ ਵਿੱਚ ਆਮ ਕਰਕੇ ਤਰੇਲ ਪੈ ਜਾਂਦੀ ਹੈ ਸਵੇਰੇ ਸਵੇਰੇ, ਤਾਂ ਸਾਨੂੰ ਵੇਟ ਕਰਨੀ ਚਾਹੀਦੀ ਹੈ ਉਹ ਤਰੇਲ ਨੂੰ ਥੋੜ੍ਹਾ ਜਿਹਾ ਠੀਕ ਹੋ ਜਾਣ ਦੀ। ਜਾਂ ਫਿਰ ਬਾਰਿਸ਼ ਹੋ ਜਾਂਦੀ ਹੈ, ਬਾਰਿਸ਼ ਵੇਲੇ ਕੀ ਹੈ, ਜੋ ਘਾਹ ਹੈ ਉਹਦਾ ਮੈਦਾਨ ਖਰਾਬ ਹੋ ਜਾਂਦਾ ਹੈ, ਜਾਂ ਚਿੱਕੜ ਹੋਇਆ ਹੁੰਦਾ ਹੈ, ਤਾਂ ਉੱਥੇ ਸੱਟ ਫੇਟ ਲੱਗਣ ਦੀ ਸੰਭਾਵਨਾ
ਬਹੁਤ ਵੱਧ ਜਾਂਦੀ ਹੈ, ਪੈਰ ਤਿਲਕਣ ਦੇ ਕਰਕੇ ਸਾਡੇ ਸੱਟ ਲੱਗਣ ਦੇ ਚਾਂਸਸ ਵੱਧ ਜਾਂਦੇ ਹਨ। ਤਾਂ ਅਜਿਹੀ ਸਥਿਤੀ ਵਿੱਚ ਜੋ ਪੱਠਿਆਂ ਵਿੱਚ ਤਣਾਅ ਆ ਸਕਦਾ ਹੈ, ਇਸ ਨੂੰ ਬਚਾਓ ਕਰਨ ਲਈ ਅਸੀਂ ਅਜਿਹੇ ਗਰਾਊਂਡ ਵਿੱਚ ਜਿੱਥੇ ਕਿ ਚਿੱਕੜ ਹੋਵੇ, ਗਿੱਲਾ ਹੋਵੇ, ਓਸ ਪਈ ਹੋਵੇ, ਤਾਂ ਉੱਥੇ ਖੇਡਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਤੀਸਰਾ ਅਸੀਂ ਕਹਿ ਸਕਦੇ ਹਾਂ ਕਿ ਲੰਮੀ ਅਤੇ ਉੱਚੀ ਛਾਲ ਦੇ ਜੋ ਅਖਾੜੇ ਨੇ ਜਾਂ ਜੋ ਪਿੱਟ ਹੈ ਉਸਦੀ, ਉਹਦੇ ਜੋ ਜਗ੍ਹਾ ਹੈ ਉਹ ਚੰਗੇ ਤਰੀਕੇ ਨਾਲ ਪੋਲੀ ਹੋਣੀ ਚਾਹੀਦੀ ਹੈ। ਉਸ ਨੂੰ ਆਪਣਾ ਖੇਡ ਖੇਡਣ ਤੋਂ ਪਹਿਲਾਂ ਜਾਂ ਉਸ 'ਤੇ ਲੌਂਗ ਜੰਪ ਦੀ ਪ੍ਰੈਕਟਿਸ ਕਰਨ ਤੋਂ ਪਹਿਲਾਂ ਜਾਂ ਮੈਚ ਕਰਾਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਗੁੱਡ ਲੈਣਾ ਚਾਹੀਦਾ ਹੈ। ਜਾਂ ਫਿਰ ਉਹਦੇ ਵਿੱਚ ਰੇਤਾ ਹੋਵੇ ਤਾਂ ਬਹੁਤ ਹੀ ਵਧੀਆ ਗੱਲ ਹੈ, ਉਸ ਨੂੰ ਵੀ ਚੰਗੇ ਤਰੀਕੇ ਨਾਲ ਇੱਕ ਵਾਰੀ ਉਹਦੇ 'ਤੇ ਕਹੀ ਵਗੈਰਾ ਮਾਰ ਕੇ ਉਸ ਨੂੰ ਗੋਡੀ ਕਰ ਦੇਣੀ ਚਾਹੀਦੀ ਹੈ, ਤਾਂ ਕਿ ਕਿਸੇ ਦੇ ਸੱਟ ਵਗੈਰਾ ਨਾ ਲੱਗੇ। ਅਗਲੀ ਅਸੀਂ ਗੱਲ ਕਰ ਸਕਦੇ ਹਾਂ ਕਿ ਖੇਡਣ ਤੋਂ ਪਹਿਲਾਂ ਕੁਝ ਹਲਕੀਆਂ ਕਸਰਤਾਂ ਕਰਕੇ ਸਰੀਰ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕੀ ਹੈ, ਸਰੀਰ ਦੇ ਅੰਗ ਖੇਡਣ ਲਈ ਤਿਆਰ ਹੋ ਜਾਂਦੇ ਹਨ। ਜੇਕਰ ਅਸੀਂ ਇੱਕਦਮ ਕਿਸੇ ਵੀ ਚੀਜ਼ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਪੱਕਾ ਹੈ ਕਿ ਨੁਕਸਾਨ ਹੋਵੇਗਾ ਹੀ ਹੋਵੇਗਾ। ਸੋ ਜਿਵੇਂ ਕਿ ਆਪਾਂ ਛੋਟਾ ਜਿਹਾ ਲੈ ਲਈ, ਕੋਈ ਮਸ਼ੀਨ ਵੀ ਹੈ, ਜੇਕਰ ਤੁਹਾਡੇ ਘਰੇ ਸਕੂਟਰ ਜਾਂ ਮੋਟਰਸਾਈਕਲ ਆਪਾਂ ਹੈ, ਉਸ ਨੂੰ ਵੀ ਕਿੱਕ ਮਾਰਨ ਤੋਂ ਬਾਅਦ ਇੱਕਦਮ ਤੋੜਦੇ ਨਹੀਂ, ਥੋੜ੍ਹੀ ਦੇਰ ਕਿੱਕ ਮਾਰ ਕੇ ਸਟਾਰਟ ਕਰਦੇ ਹਾਂ ਔਰ ਉਸ ਨੂੰ ਸਟਾਰਟ ਦੀ ਸਥਿਤੀ ਵਿੱਚ ਰੱਖਦੇ ਹਾਂ। ਸਾਨੂੰ ਇਹ ਪਤਾ ਹੈ ਜੀ, ਕਿਉਂਕਿ ਮਸ਼ੀਨ ਵੀ ਖਰਾਬ ਹੋ ਸਕਦੀ ਹੈ, ਉਸੇ ਤਰੀਕੇ ਨਾਲ ਸਾਡੀ ਬੋਡੀ ਦੀ ਮਸ਼ੀਨ ਹੈ, ਸਾਡਾ ਸਰੀਰ ਇੱਕ ਮਸ਼ੀਨ ਹੀ ਹੈ। ਇਸ ਨੂੰ ਵੀ ਅਸੀਂ ਕਿਸੇ ਵੀ ਹਰਕਤ ਵਿੱਚ ਇੱਕਦਮ ਲੈ ਕੇ ਆਉਣ ਤੋਂ ਪਹਿਲਾਂ ਉਸ ਨੂੰ ਹਲਕਾ ਹਲਕਾ ਸਾਨੂੰ ਉਸ ਨੂੰ ਗਰਮਾ ਲੈਣਾ ਚਾਹੀਦਾ ਹੈ। ਗਰਮਾ ਲੈਣਾ ਮੀਨਸ ਭਾਵ ਕਿ ਥੋੜ੍ਹੀਆਂ ਹਲਕੀਆਂ ਕਸਰਤਾਂ ਪਹਿਲਾਂ ਕਰ ਲੈਣੀ ਚਾਹੀਦੀਆਂ ਚੰਗੇ ਤਰੀਕੇ ਨਾਲ ਬੋਡੀ ਦੀਆਂ, ਤਾਂ ਕਿ ਜਿਹੜੇ ਸਾਰੇ ਸਾਡੇ ਮਸਲਸ ਨੇ ਉਹ ਸਮਝ ਜਾਣ ਕਿ ਅਸੀਂ ਕੋਈ ਐਕਟੀਵਿਟੀ ਕਰਨ ਵਾਲੇ ਹਾਂ ਔਰ ਕੋਈ ਇੰਜਰੀ ਵਗੈਰਾ ਸਾਡੀ ਨਾ ਹੋਵੇ, ਸਾਡੀ ਬੋਡੀ ਪੂਰੀ ਮੂਵਮੈਂਟ ਦੇ ਵਿੱਚ ਆ ਜਾਵੇ। ਅੱਗੇ ਅਸੀਂ ਗੱਲ ਕਰਦੇ ਹਾਂ, ਸੱਟਾਂ ਜਾਂ ਚੋਟਾਂ ਤੋਂ ਬਚਣ ਲਈ ਹਰ ਖਿਡਾਰੀ ਨੂੰ ਲੋੜੀਂਦੀ ਸਿੱਖਿਆ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ। ਇਹ ਨਾ ਹੋਵੇ ਕਿ ਅਸੀਂ ਸਾਡੇ ਕੋਚ ਜਾਂ ਸਾਡੇ ਗੁਰੂ ਸਾਹਿਬਾਨ ਹਨ ਉਹਨਾਂ ਤੋਂ ਅਸੀਂ ਸਿਖਲਾਈ ਲਏ ਤੋਂ ਬਿਨਾਂ ਹੀ ਗੇਮ ਸ਼ੁਰੂ ਕਰ ਦਈਏ ਤਾਂ ਸਾਡੇ ਸੱਟ ਫੇਟ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਆਪਣੇ ਜੋ ਕੋਚਿਸ ਸਾਹਿਬਾਨ ਨੇ ਜਾਂ ਤੁਹਾਡੇ ਅਧਿਆਪਕ ਸਾਹਿਬਾਨ ਨੇ, ਉਹਨਾਂ ਤੋਂ ਚੰਗੇ ਤਰੀਕੇ ਨਾਲ ਪਹਿਲਾਂ ਗੇਮ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਸਾਨੂੰ ਉਸ ਗੇਮ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਉਸ ਗੇਮ ਬਾਰੇ ਚੰਗੇ ਤਰੀਕੇ ਨਾਲ ਜੇਕਰ ਪਤਾ ਹੋਊਗਾ ਤਾਂ ਸਾਡੀ ਸੱਟਾਂ ਫੇਟਾਂ ਲੱਗਣ ਦੀ ਜੋ ਸੰਭਾਵਨਾ ਹੈ ਜਾਂ ਪੱਠਿਆਂ ਵਿੱਚ ਖਿਚਾਅ ਆਉਣ ਦੀ ਜੋ ਸੰਭਾਵਨਾ ਹੈ ਉਹ ਬਹੁਤ ਘੱਟ ਜਾਂਦੀ ਹੈ। ਅੱਗੇ ਅਸੀਂ ਗੱਲ ਕਰਾਂਗੇ ਬੱਚਿਓ, ਖਿਡਾਰੀਆਂ ਨੂੰ ਆਪਸ ਵਿੱਚ ਸਦਭਾਵਨਾ ਰੱਖਣੀ ਚਾਹੀਦੀ ਹੈ, ਕਦੇ ਗੁੱਸੇ ਵਿੱਚ ਆ ਕੇ ਨਹੀਂ ਖੇਡਣਾ ਚਾਹੀਦਾ। ਕਈ ਵਾਰੀ ਕੀ ਹੈ, ਜਦੋਂ ਮੈਚ ਹੋ ਰਿਹਾ ਹੁੰਦਾ ਹੈ ਬੱਚਿਓ, ਤਾਂ ਦੋ ਟੀਮਾਂ ਆਪਸ ਵਿੱਚ ਜੋ ਹੈ ਸਪੋਰਟਸਮੈਨਸ਼ਿਪ ਦੀ ਭਾਵਨਾ ਨੂੰ ਭੁੱਲ ਕੇ ਉਹ ਇੱਕ ਦੂਜੇ ਨਾਲ ਖਿੱਚੋਤਾਣ ਦੇ ਵਿੱਚ, ਗੁੱਸੇ ਦੇ ਵਿੱਚ ਆਪਣਾ ਜੋ ਮੈਚ ਲਗਾਉਣਾ ਸ਼ੁਰੂ ਕਰ ਦਿੰਦੇ ਹਨ, ਜੋ ਕਿ ਕਿਸੇ ਨਾ ਕਿਸੇ ਟੀਮ ਦੇ, ਕਿਸੇ ਖਿਡਾਰੀ ਦੇ ਜਾਂ ਜ਼ਿਆਦਾ ਬੱਚਿਆਂ ਦੇ ਸੱਟ ਫੇਟ ਜੋ ਹੈ ਲੱਗਣ ਦੇ ਚਾਂਸਸ ਵੱਧ ਜਾਂਦੇ ਹਨ। ਸੋ ਅਜਿਹੀ ਸਥਿਤੀ ਤੋਂ ਬਚਣ ਲਈ ਸਾਨੂੰ ਕੀ ਹੈ, ਹਮੇਸ਼ਾ ਗੇਮ ਕਰਨੀ ਹੈ, ਜਦੋਂ ਵੀ ਕਰਨੀ ਹੈ ਤਾਂ ਸਪੋਰਟਸਮੈਨਸ਼ਿਪ ਦੀ ਭਾਵਨਾ ਨੂੰ ਹਮੇਸ਼ਾ ਹੀ ਯਾਦ ਰੱਖਣਾ ਹੈ ਔਰ ਚੰਗੇ ਤਰੀਕੇ ਨਾਲ ਆਪਣੀ ਗੇਮ ਜੋ ਹੈ ਕਰਨੀ ਹੈ, ਤਾਂ ਜੋ ਕਿਸੇ ਦੇ ਸੱਟ ਫੇਟ ਵੀ ਨਾ ਲੱਗੇ। ਸੋ ਆਪਾਂ ਗੱਲ ਕਰਾਂਗੇ, ਜੇਕਰ ਅਜਿਹਾ ਕੁਛ ਸਾਡੇ ਹੁੰਦਾ ਹੈ ਤਾਂ ਬੱਚੇ ਅਸੀਂ ਬਚਾਓ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ, ਸਾਨੂੰ ਪਤਾ ਵੀ ਲੱਗਾ ਵੀ ਕੀ ਕਾਰਨ ਹੈ, ਬਚਾਓ ਦੀ ਕੋਸ਼ਿਸ਼ ਕਰਾਂਗੇ। ਫਿਰ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਜੇਕਰ ਕਿਸੇ ਬੱਚੇ ਦੇ ਪੱਠਿਆਂ ਵਿੱਚ ਤਣਾਅ ਆ ਜਾਂਦਾ ਹੈ, ਕੋਈ ਸੱਟ ਫੇਟ ਲੱਗ ਜਾਂਦੀ ਹੈ, ਤਾਂ ਅਸੀਂ ਉਹਨੂੰ ਮੁੱਢਲੀ ਸਹਾਇਤਾ ਦੇਣ ਲਈ ਅਸੀਂ ਕੀ ਕੁਛ ਕਰ ਸਕਦੇ ਹਾਂ, ਆਓ ਉਹਨਾਂ 'ਤੇ ਆਪਾਂ ਗੱਲ ਕਰ ਦਈਏ। ਅਸੀਂ ਮੁੱਢਲੀ ਸਹਾਇਤਾ ਲਈ ਸੀ ਬੱਚੇ ਦੀ ਕੀ ਟਰੀਟਮੈਂਟ ਦੇ ਸਕਦੇ ਹਾਂ, ਕੀ ਇਲਾਜ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਬੱਚਿਓ, ਜੇਕਰ ਕਿਸੇ ਦੇ ਅਜਿਹਾ ਖਿਚਾਓ ਆਉਂਦਾ ਹੈ ਤਾਂ ਸੱਟ ਵਾਲੀ ਥਾਂ 'ਤੇ ਠੰਡੇ ਪਾਣੀ ਦੀ ਪੱਟੀ ਜਾਂ ਬਰਫ਼ ਰੱਖਣੀ ਚਾਹੀਦੀ ਹੈ। ਇਹ ਧਿਆਨ ਰੱਖਣਾ ਹੈ ਕਿ ਉਸ 'ਤੇ ਮਾਲਿਸ਼ ਵਗੈਰਾ ਨਹੀਂ ਕਰਨੀ। ਜੇਕਰ ਕਿਸੇ ਦੇ ਖਿਚਾਓ ਆ ਗਿਆ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, 24 ਘੰਟੇ ਤੱਕ ਉਸ ਸੱਟ 'ਤੇ ਅਸੀਂ ਬਰਫ਼ ਹੀ ਜਾਂ ਠੰਡਾ ਪਾਣੀ ਹੀ ਉਸਦੀ ਟਕੋਰ ਕਰਨੀ ਹੈ, ਉਸ ਨੂੰ ਗਰਮਾਉਣਾ ਨਹੀਂ ਹੈ। ਠੰਡੀ ਜਗ੍ਹਾ ਲਾ ਕੇ ਰੱਖਣਾ ਹੈ ਤਾਂ ਕਿ ਉਹ ਜਗ੍ਹਾ ਪ੍ਰੋਪਰ ਠੀਕ ਹੋ ਜਾਏ। ਸਾਡੀ ਧਿਆਨ ਰੱਖਣਾ ਹੈ 24 ਘੰਟੇ ਬਰਫ਼ ਜਾਂ ਠੰਡੇ ਪਾਣੀ ਦੀ ਉੱਤੇ ਪੱਟੀ ਕਰਨੀ ਹੈ। ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਬੱਚਿਓ, ਸੱਟ ਵਾਲੀ ਜਗ੍ਹਾ 'ਤੇ ਅੰਗ ਵਿੱਚ ਹਿਲਜੁਲ ਨਹੀਂ ਹੋਣੀ ਚਾਹੀਦੀ, ਭਾਵ ਉਹ ਜਗ੍ਹਾ ਨੂੰ ਅਸੀਂ ਹਿੱਲਣ ਨਹੀਂ ਦੇਣਾ। ਸੱਟ ਵਾਲੀ ਜਗ੍ਹਾ 'ਤੇ ਭਾਰ ਵੀ ਨਹੀਂ ਪਾਉਣਾ ਚਾਹੀਦਾ। ਉਸ ਜਿੱਥੇ ਸਾਡੇ ਕੋਈ ਇੰਜਰੀ ਹੋਈ ਹੈ ਜਾਂ ਪੱਠਿਆਂ ਵਿੱਚ ਖਰਚਾਅ ਆ ਗਿਆ, ਉਸ ਜਗ੍ਹਾ 'ਤੇ ਅਸੀਂ ਕੀ ਕਰਨਾ ਹੈ, ਕੋਈ ਪੱਟੀ ਵਗੈਰਾ ਬੰਨ੍ਹ ਦੇਣੀ ਹੈ ਜਾਂ ਫਿਰ ਉਹਦੇ ਨੀਚੇ ਲੱਕੜ ਦੀ ਸਪੋਰਟ ਦੇ ਦੇਣੀ ਹੈ, ਤਾਂ ਕਿ ਉਹ ਜੋ ਅੰਗ ਹੈ ਸਾਡਾ ਹਿੱਲੇ ਨਾ। ਉਹ ਜਿਹੜਾ ਮਸਲਸ ਹੈ ਜੋ ਪੁੱਲ ਹੋ ਗਿਆ ਜਾਂ ਅਸੀਂ ਇਸ ਨੂੰ ਕਹਿੰਦੇ ਪੱਠਿਆਂ ਵਿੱਚ ਖਿਚਾਅ ਆ ਗਿਆ, ਤਾਂ ਉਸ ਜਗ੍ਹਾ ਨੂੰ ਚੰਗੇ ਤਰੀਕੇ ਨਾਲ ਬੰਨ੍ਹ ਦੇਣਾ ਚਾਹੀਦਾ ਹੈ ਤਾਂ ਕਿ ਉੱਥੇ ਜ਼ਿਆਦਾ ਦਰਦ ਵਗੈਰਾ ਨਾ ਹੋਵੇ। ਔਰ ਆਪਾਂ ਗੱਲ ਕੀਤੀ ਹੈ ਕਿ 24 ਘੰਟੇ ਤੱਕ ਉਹ 'ਤੇ ਬਰਫ਼ ਘਸਾਉਣੀ ਹੈ, 24 ਘੰਟੇ ਬਾਅਦ ਬਰਫ਼ ਨਹੀਂ ਘਸਾਉਣੀ। 24 ਘੰਟੇ ਜਦੋਂ ਗੁਜ਼ਰ ਜਾਣ ਉਸ ਤੋਂ ਬਾਅਦ ਕੀ ਹੈ, ਉਸ ਸਥਾਨ 'ਤੇ
ਸੇਕ ਕਰ ਸਕਦੇ ਹਾਂ ਅਸੀਂ ਜਾਂ ਮਾਲਿਸ਼ ਕਰ ਸਕਦੇ ਹਾਂ। ਪਹਿਲੇ 24 ਘੰਟੇ ਉੱਤੇ ਮਾਲਿਸ਼ ਜਾਂ ਸੇਕ ਨਹੀਂ ਕਰਨਾ, ਪਹਿਲੇ 24 ਘੰਟੇ ਬਰਫ਼ ਹੀ ਘਸਾਉਣੀ ਹੈ। 24 ਘੰਟੇ ਲੰਘਣ ਤੋਂ ਬਾਅਦ ਅਸੀਂ ਉਸ 'ਤੇ ਸੇਕਾ ਕਰ ਸਕਦੇ ਹਾਂ ਜਾਂ ਫਿਰ ਉੱਥੇ ਮਾਲਿਸ਼ ਕਰ ਸਕਦੇ ਹਾਂ। ਸੋ ਉਮੀਦ ਹੈ ਬੱਚਿਓ ਤੁਸੀਂ ਪੱਠਿਆਂ ਦੇ ਖਿਚਾਅ ਬਾਰੇ ਚੰਗੇ ਤਰੀਕੇ ਨਾਲ ਸਮਝ ਗਏ ਹੋਵੋਗੇ। ਹੁਣ ਅਸੀਂ ਆਪਣੇ ਦੂਸਰੇ ਟੌਪਿਕ ਬਾਰੇ ਗੱਲ ਕਰਦੇ ਹਾਂ, ਜਿਸ ਦਾ ਨਾਮ ਹੈ ਮੋਚ। ਮੋਚ ਕੀ ਹੈ ਬੱਚਿਓ? ਸਪ੍ਰਿੰਗ ਆਪਾਂ ਇਸ ਨੂੰ ਬੋਲ ਦਿੰਦੇ ਹਾਂ। ਸੋ ਕਿਸੇ ਜੋੜ ਦੇ, ਇਹਦੀ ਡੈਫੀਨੇਸ਼ਨ ਨੂੰ ਧਿਆਨ ਨਾਲ ਸਮਝਣਾ ਹੈ। ਜਿਵੇਂ ਕਿ ਤੁਸੀਂ ਇਸ ਪਿਕਚਰ ਵਿੱਚ ਵੀ ਦੇਖ ਸਕਦੇ ਹੋ, ਜਿਹੜੇ ਤੁਹਾਡੇ ਸਾਹਮਣੇ ਸਕਰੀਨ ਹੈ, ਜੋ ਤੁਹਾਡੇ ਰਾਈਟ ਸਾਈਡ 'ਤੇ ਲਾਲ ਰੈੱਡ ਕਲਰ ਦਾ ਸ਼ੂ ਪਾਇਆ ਹੈ, ਉੱਥੇ ਤੁਹਾਨੂੰ ਪਤਾ ਲੱਗਦਾ ਹੈ। ਤਾਂ ਮੈਂ ਹੁਣ ਗੱਲ ਕਰਨ ਲੱਗਿਆ, ਉਸ ਨੂੰ ਧਿਆਨ ਵਿੱਚ ਰੱਖੋ ਕਿ ਕਿਸੇ ਜੋੜ ਦੇ ਬੰਧਨ ਦੇ ਫਟ ਜਾਣ ਨੂੰ ਮੋਚ ਆਖਦੇ ਹਨ। ਦੇਖੋ ਸਾਹਮਣੇ ਇੱਕ ਜੁਆਇੰਟ ਹੈ, ਤੁਹਾਨੂੰ ਦੋਨੇ ਸਾਈਡ ਦਿਖ ਰਹੇ, ਇੱਕ ਸਾਈਡ 'ਤੇ ਹੈਲਦੀ ਪੈਰ ਹੈ, ਦੂਸਰੀ ਸਾਈਡ 'ਤੇ ਡੈਮੇਜਡ ਹੈ। ਤਾਂ ਡੈਮੇਜ ਦੇ ਵਿੱਚ ਤੁਹਾਨੂੰ ਪਤਾ ਵੀ ਹੱਡੀ ਵਿੱਚ ਥੋੜ੍ਹਾ ਜਿਹਾ ਕਰੈਕ ਆਇਆ ਲੱਗਦਾ ਹੈ, ਜਿਵੇਂ ਕਿ ਉੱਥੋਂ ਮਸਲ ਕੋਈ ਫਟਿਆ ਹੋਇਆ ਹੈ, ਉੱਥੇ ਕੋਈ ਚੀਜ਼ ਬਾਹਰ ਨੂੰ ਆਈ ਹੋਈ ਹੈ। ਦੋਨੋਂ ਸਾਈਡਸ ਦੀ ਪਿਕਚਰ ਨੂੰ ਧਿਆਨ ਨਾਲ ਦੇਖੋਗੇ ਜੇਕਰ ਤੁਸੀਂ ਨੇੜੇ ਕਰਕੇ, ਤਾਂ ਪਤਾ ਲੱਗੂਗਾ ਕਿ ਕਿਸੇ ਜੋੜ ਦਾ ਬੰਧਨ ਹੈ ਜੋ ਉਹ ਫਟ ਗਿਆ ਹੈ। ਇਹੀ ਸਾਡੀ ਡੈਫੀਨੇਸ਼ਨ ਹੈ ਮੋਚ ਦੀ, ਕਿ ਮੋਚ ਕੀ ਹੈ। ਤਾਂ ਅਸੀਂ ਕਹਾਂਗੇ ਅਸੀਂ ਕਿਸੇ ਜੋੜ ਦੇ ਬੰਧਨ ਦੇ ਫਟ ਜਾਣ ਨੂੰ ਮੋਚ ਆਖਦੇ ਹਾਂ। ਬੱਚਿਓ ਆਮ ਤੌਰ 'ਤੇ ਇਹ ਗਿੱਟੇ, ਜਿਵੇਂ ਕਿ ਪੈਰ ਹੁਣ ਤੁਸੀਂ ਦੇਖ ਵੀ ਰਹੇ ਹੋ, ਪੈਰ ਦੇ ਗਿੱਟੇ ਵਿੱਚ, ਗੋਡਿਆਂ ਵਿੱਚ, ਰੀੜ੍ਹ ਦੀ ਹੱਡੀ ਅਤੇ ਗੁੱਟ ਨੂੰ ਜ਼ਿਆਦਾ ਆਉਂਦੀ ਹੈ। ਇਸ ਦੀ ਮੁੱਢਲੀ ਸਹਾਇਤਾ ਜਲਦੀ ਸਾਨੂੰ ਸ਼ੁਰੂ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਫਿਰ ਇਹਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਪੈਰ ਵਿੱਚ ਤਾਂ ਆਮ ਤੌਰ 'ਤੇ, ਕਿਉਂਕਿ ਜੋ ਸਾਡਾ ਸਾਰੀ ਬੋਡੀ ਦਾ ਵੇਟ ਹੈ ਉਹ ਪੈਰਾਂ 'ਤੇ ਹੀ ਹੁੰਦਾ ਹੈ, ਜਾਂ ਗੋਡਿਆਂ 'ਤੇ ਹੁੰਦਾ ਹੈ, ਜਾਂ ਗਿੱਟਿਆਂ 'ਤੇ ਹੁੰਦਾ ਹੈ। ਇਸ ਕਰਕੇ ਸਾਨੂੰ ਜੋ ਹੈ ਇਸ ਸੈੱਟ ਨੂੰ ਬਹੁਤ ਜਲਦੀ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਜੋ ਮੋਚ ਹੈ ਬੱਚਿਓ ਉਹ ਕਿੰਨੇ ਕਿਸਮ ਦੀ ਹੁੰਦੀ ਹੈ। ਮੋਚ ਜੋ ਹੈ ਉਹ 3 ਕਿਸਮ ਦੀ ਹੁੰਦੀ ਹੈ, ਜਿਹਦੇ ਵਿੱਚੋਂ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ, ਹੁੰਦੀ ਹੈ ਨਰਮ ਮੋਚ। ਅਜਿਹੀ ਜੋ ਮੋਚ ਹੈ, ਇਸ ਵਿੱਚ ਮੋਚ ਵਾਲੀ ਜਗ੍ਹਾ 'ਤੇ ਕਮਜ਼ੋਰੀ, ਸੋਜ ਅਤੇ ਦਰਦ ਮਹਿਸੂਸ ਹੁੰਦਾ ਸਾਨੂੰ। ਜਿਹੜੀ ਨਰਮ ਮੋਚ ਹੈ ਉਹਦੇ ਵਿੱਚ ਕੀ ਹੋਊਗਾ? ਸੋਜ ਅਤੇ ਦਰਦ ਮਹਿਸੂਸ ਹੋਊਗਾ। ਦੂਸਰੇ ਕਿਸਮ ਦੀ ਮੋਚ ਆ ਜਾਂਦੀ ਹੈ ਬੱਚਿਓ ਦਰਮਿਆਨੀ ਮੋਚ। ਇਸ ਹਾਲਤ ਵਿੱਚ ਸੋਜ ਅਤੇ ਦਰਦ ਵੱਧ ਜਾਂਦੇ ਹਨ, ਬਹੁਤ ਜ਼ਿਆਦਾ ਪੀੜਾ ਹੋਣ ਲੱਗ ਜਾਂਦੀ ਹੈ, ਅਸਹਿ ਹੁੰਦੀ ਹੈ ਇੱਕ ਤਰ੍ਹਾਂ ਦੀ। ਜੋ ਸਾਡੀ ਪੂਰਨ ਮੋਚ ਹੈ, ਇਸ ਵਿੱਚ ਤੀਸਰੇ ਕਿਸਮ ਦੀ ਮੋਚ ਹੈ ਪੂਰਨ ਮੋਚ। ਇਸ ਹਾਲਤ ਵਿੱਚ ਦਰਦ ਅਸੀਂ ਸਹਿ ਹੀ ਨਹੀਂ ਸਕਦੇ, ਬਹੁਤ ਜ਼ਿਆਦਾ ਪੇਨ ਹੋ ਰਹੀ ਹੁੰਦੀ ਹੈ। ਤਾਂ ਬੱਚੇ ਤੁਸੀਂ ਸਮਝ ਗਏ ਕਿ ਮੋਚ ਕਿੰਨੇ ਪ੍ਰਕਾਰ ਦੀ ਹੈ। 3 ਪ੍ਰਕਾਰ ਦੀ ਨਰਮ ਮੋਚ, ਜੋ ਕਿ ਥੋੜ੍ਹੀ ਜਿਹੀ ਨੋਰਮਲ ਹੀ ਹੁੰਦੀ ਹੈ। ਜੋ ਦਰਮਿਆਨੀ ਮੋਚ ਹੈ ਉਹਦੇ ਵਿੱਚ ਦਰਦ ਥੋੜ੍ਹਾ ਵੱਧ ਹੁੰਦਾ ਹੈ। ਤੀਸਰੀ ਤਰ੍ਹਾਂ ਦੀ ਮੋਚ ਹੈ ਜੋ ਪੂਰਨ ਮੋਚ, ਉਹ ਪੇਨਲੈਸ ਹੁੰਦੀ ਹੈ, ਮਤਲਬ ਕਿ ਬਹੁਤ ਜ਼ਿਆਦਾ, ਅਸੀਂ ਉਹਦੇ ਵਿੱਚ ਕਹਿ ਰਹੇ ਪੇਨਲੈਸ ਨਹੀਂ, ਬਹੁਤ ਜ਼ਿਆਦਾ ਉਹ 'ਚ ਪੇਨ ਹੋ ਰਿਹਾ ਹੁੰਦਾ ਹੈ, ਜਿਹਨੂੰ ਅਸੀਂ ਕੀ ਕਹਿ ਸਕਦੇ ਹਾਂ? ਅਸਹਿ ਦਰਦ, ਜੋ ਕਿ ਸਹਿਣ ਯੋਗ ਨਹੀਂ ਹੁੰਦਾ। ਬੱਚਿਓ ਇਹਦਾ ਕਾਰਨ ਕੀ ਹੈ? ਮੋਚ ਆਉਣ ਦੇ ਕਾਰਨ ਕੀ ਨੇ? ਅਸੀਂ ਖੇਡਾਂ ਨਾਲ ਸੰਬੰਧਿਤ ਗੱਲ ਹੀ ਕਰ ਰਹੇ ਹਾਂ ਅੱਜ, ਤਾਂ ਹੁਣ ਵੀ ਉੱਥੇ ਗੱਲ ਕਰਾਂਗੇ ਕਿ ਖੇਡ ਸਮੇਂ ਗਰਾਊਂਡ ਵਿੱਚ ਪਏ ਰੋੜੇ ਜਾਂ ਵੱਟੇ ਦੇ ਪੈਰ ਹੇਠ ਆ ਜਾਣ ਨਾਲ ਮੋਚ ਆ ਜਾਂਦੀ ਹੈ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਨੂੰ ਖੇਡ ਤੋਂ ਪਹਿਲਾਂ ਆਪਣੇ ਜੋ ਸਾਡੇ ਖੇਡ ਦਾ ਗਰਾਊਂਡ ਹੈ ਉਸ ਨੂੰ ਚੰਗੇ ਤਰੀਕੇ ਨਾਲ, ਉਹਦੇ ਵਿੱਚ ਰੋੜੇ ਵਗੈਰਾ ਚੁੱਗ ਲੈਣੇ ਚਾਹੀਦੇ ਹਨ, ਉਹਦੀ ਸਫਾਈ ਸਾਨੂੰ ਚੰਗੇ ਤਰੀਕੇ ਨਾਲ ਪਹਿਲਾਂ ਕਰ ਲੈਣੀ ਚਾਹੀਦੀ ਹੈ। ਦੂਸਰੇ ਅਸੀਂ ਗੱਲ ਕਰਾਂਗੇ ਕਿਸੇ ਗਿੱਲੀ ਜਾਂ ਤਿਲਕਵੀਂ ਥਾਂ 'ਤੇ, ਜਿਵੇਂ ਕਿ ਸਵੇਰ ਦੇ ਵੇਲੇ ਘਾਹ ਅਤੇ ਤਰੇਲ ਜਾਂ ਕਿਤੇ ਖੜ੍ਹੇ ਪਾਣੀ ਵਾਲੀ ਥਾਂ 'ਤੇ ਪੈਰ ਰੱਖਣ ਨਾਲ ਵੀ ਮੋਚ ਆ ਜਾਂਦੀ ਹੈ, ਸਾਡਾ ਪੈਰ ਤਿਲਕ ਸਕਦਾ ਹੈ। ਆਪਾਂ ਪਿੱਛੇ ਵੀ ਗੱਲ ਕੀਤੀ ਹੈ ਕਿ ਸਾਨੂੰ ਅਜਿਹੇ ਗਰਾਊਂਡ ਵਿੱਚ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿੱਥੇ ਕਿ ਪਾਣੀ ਹੋਵੇ, ਚਿੱਕੜ ਹੋਵੇ ਜਾਂ ਤਰੇਲ ਪਈ ਹੋਵੇ। ਅਜਿਹੇ ਸਮੇਂ ਦੇ ਵਿੱਚ ਕੀ ਹੈ? ਮੋਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ, ਸੱਟ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਅੱਗੇ ਗੱਲ ਕਰਦੇ ਹਾਂ ਕਿ ਖੇਡ ਦੇ ਮੈਦਾਨ ਵਿੱਚ ਕਿਤੇ ਕਿਤੇ ਖੁੱਡ ਵਿੱਚ ਪੈਰ ਟਿਕ ਜਾਂਦਾ ਹੈ। ਕਿਵੇਂ? ਜਿਵੇਂ ਕਿ ਕਿਸੇ ਬੇਸਮਝੀ ਕਾਰਨ ਹਰ ਜਗ੍ਹਾ 'ਤੇ ਗੋਲਾ ਜਾਂ ਹੈਮਰ ਸੁੱਟਦੇ ਰਹੀਏ, ਜਾਂ ਜਦੋਂ ਖੇਡ ਦਾ ਮੈਦਾਨ ਗਿੱਲਾ ਹੋਵੇ ਤਦ ਡੰਗਰ ਜਾਂ ਵਿਅਕਤੀ ਵੀ, ਕੋਈ ਜਿਵੇਂ ਕਿ ਬੱਚੇ ਵੀ ਨੇ, ਉਹ ਮੈਦਾਨ ਵਿੱਚੋਂ ਲੰਘ ਜਾਣ ਤਾਂ ਉਹ ਜਗ੍ਹਾ ਸੁੱਕਣ ਤੋਂ ਬਾਅਦ ਉਹਦੇ ਵਿੱਚ ਕੀ ਹੈ? ਡੂੰਘੀ ਹੋ ਜਾਂਦੀ ਹੈ। ਖਿਡਾਰੀ ਦਾ ਜੇ ਕਿਤੇ ਅਜਿਹੀ ਖੁੱਡ ਵਿੱਚ ਪੈਰ ਟਿਕ ਜਾਵੇ ਤਾਂ ਉਸ ਵਿੱਚ ਸੱਟ ਦਾ ਕਾਰਨ ਬਣ ਸਕਦੀ ਹੈ, ਭਾਵ ਕਿ ਮੋਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਗਰਾਊਂਡ ਗਿੱਲਾ ਹੋਊਗਾ, ਜੇਕਰ ਆਪਾਂ ਉਹਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਟੋਏ ਪੈ ਜਾਣਗੇ, ਔਰ ਸੁੱਕਣ ਤੋਂ ਬਾਅਦ ਉਹ ਟੋਇਆ ਪੱਕਾ ਹੋ ਜਾਊਗਾ। ਔਰ ਜੇਕਰ ਉਸ ਪੱਕੇ ਗਰਾਊਂਡ ਵਿੱਚ ਆਪਾਂ ਜਦੋਂ ਵੀ ਗੇਮ ਕਰ ਰਹੇ ਹਾਂ, ਕੋਈ ਫੁੱਟਬਾਲ ਖੇਡ ਰਹੇ ਹਾਂ, ਹਾਕੀ ਖੇਡ ਰਹੇ ਹਾਂ ਜਾਂ ਨੈੱਟਬਾਲ ਖੇਡ ਰਹੇ ਹਾਂ, ਔਰ ਜੇਕਰ ਉੱਥੇ ਕਿਸੇ ਬੱਚੇ ਦਾ ਪੈਰ ਆ ਗਿਆ ਉਹਦੇ ਵਿੱਚ, ਤਾਂ ਪੱਕਾ ਹੈ ਕਿ ਉੱਥੇ ਮੋਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਅਜਿਹੀ ਚੀਜ਼ ਤੋਂ ਸਾਨੂੰ ਬਚਾਓ ਕਰਨਾ ਚਾਹੀਦਾ ਹੈ। ਜਾਂ ਬੱਚੇ ਕੀ ਹੋਇਆ
ਕਿ ਅਣਜਾਣ ਖਿਡਾਰੀ ਜੇ ਗਲਤ ਤਰੀਕੇ ਨਾਲ ਫੁੱਟਬਾਲ ਨੂੰ ਕਿੱਕ ਮਾਰੇ, ਉਸ ਨੂੰ ਪਤਾ ਨਹੀਂ ਕਿ ਕਿਸ ਤਰੀਕੇ ਨਾਲ ਮਾਰਨੀ ਹੈ, ਤਾਂ ਵੀ ਮੋਚ ਦੌਣ ਦੀ ਸੰਭਾਵਨਾ ਵੱਧ ਸਕਦੀ ਹੈ। ਜਾਂ ਲੰਬੀ ਛਾਲ, ਗੋਲਾ ਆਦਿ ਛੱਡਣ ਵੇਲੇ ਜੇ ਠੀਕ ਤਰੀਕੇ ਨਾਲ ਕਿਰਿਆ ਨਾ ਕੀਤੀ ਜਾਵੇ, ਤਦ ਵੀ ਕੀ ਹੈ, ਮੋਚ ਆਉਣ ਦੀ ਜੋ ਸੰਭਾਵਨਾ ਹੈ ਬੋਡੀ ਵਿੱਚ ਜਾਂ ਪੈਰ ਦੇ ਵਿੱਚ ਜਾਂ ਗਿੱਟੇ ਵਿੱਚ ਜਾਂ ਸਾਡੇ ਗੋਡੇ ਵਿੱਚ, ਉਹ ਸੰਭਾਵਨਾ ਵੱਧ ਜਾਂਦੀ ਹੈ। ਸੋ ਅਜਿਹੇ ਕੁਛ ਕਾਰਨ ਹਨ ਜਿਨ੍ਹਾਂ ਕਰਕੇ ਸਾਡੇ ਸਰੀਰ ਵਿੱਚ, ਸਾਡੇ ਪੈਰਾਂ ਵਿੱਚ ਸਾਡੇ ਜੋ ਹੈ ਮੋਚ ਆ ਜਾਂਦੀ ਹੈ। ਤਾਂ ਜੇਕਰ ਮੋਚ ਆ ਜਾਵੇ ਤਾਂ ਉਹਦੇ ਚਿੰਨ੍ਹ ਕੀ ਨੇ ਬੱਚਿਓ? ਸਾਨੂੰ ਕਿਵੇਂ ਪਤਾ ਲੱਗੂਗਾ ਵੀ ਸਾਡੇ ਪੈਰ 'ਚ ਜਾਂ ਸਾਡੇ ਗਿੱਟੇ 'ਚ, ਸਾਡੇ ਗੋਡੇ ਵਿੱਚ ਜਾਂ ਜਿੱਥੇ ਵੀ ਹੈ ਉਹ ਮੋਚ ਆ ਗਈ ਹੈ? ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਮੋਚ ਵਾਲੀ ਜੋ ਜਗ੍ਹਾ ਹੈ ਉਸ 'ਤੇ ਦਰਦ ਹੋਣਾ ਸ਼ੁਰੂ ਹੋ ਜਾਊਗਾ। ਸਾਨੂੰ ਉੱਥੇ ਬਹੁਤ ਜ਼ਿਆਦਾ ਪੇਨ ਹੋਊਗੀ। ਉਸ ਜੇ ਪੈਰ 'ਤੇ ਹੈ ਤਾਂ ਸਾਨੂੰ ਪੈਰ 'ਤੇ ਖੜ੍ਹਾ ਹੋਣਾ ਵੀ ਮੁਸ਼ਕਿਲ ਹੋ ਜਾਵੇਗਾ, ਇੰਨਾ ਦਰਦ ਜ਼ਿਆਦਾ ਅਸਹਿ ਹੋ ਜਾਵੇਗਾ। ਦੂਸਰਾ ਅਸੀਂ ਦੱਸਾਂਗੇ, ਗੱਲ ਕਰਾਂਗੇ ਕਿ ਥੋੜ੍ਹੀ ਦੇਰ ਬਾਅਦ ਜਿੱਥੇ ਵੀ ਮੋਚ ਆਈ ਹੈ, ਉਹ ਜਿਹੜੀ ਜੋੜ ਹੈ ਉਸ ਮੋਚ ਵਾਲੇ ਹਿੱਸੇ ਕੋਲ ਸੋਜ ਆਉਣ ਲੱਗ ਜਾਂਦੀ ਹੈ। ਸੋਜ ਮਿਲ ਕੇ ਉੱਥੇ ਜਿਹੜਾ ਹੈ ਜੋ ਨੋਰਮਲ ਪੈਰ ਹੈ ਜਾਂ ਨੋਰਮਲ ਜਗ੍ਹਾ, ਉਸ ਤੋਂ ਜ਼ਿਆਦਾ ਉਹ ਚੀਜ਼ ਮੋਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਪ੍ਰੋਬਲਮ ਹੋ ਗਈ ਹੈ। ਮੋਚ ਵਾਲੇ ਭਾਗ ਵਿੱਚ ਸਹਾਰਨ ਜਾਂ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਭਾਵ ਕਿ ਜੇਕਰ ਸਾਡੇ ਪੈਰ 'ਤੇ ਹੈ ਤਾਂ ਅਸੀਂ ਉੱਥੇ ਖੜ੍ਹੇ ਵੀ ਨਹੀਂ ਹੋ ਸਕਦੇ, ਆਪਣੀ ਬੋਡੀ ਦਾ ਭਾਰ ਵੀ ਸਾਤੋਂ ਨਹੀਂ ਝੱਲਿਆ ਜਾਵੇਗਾ, ਸੋਜਿਸ਼ ਹੋ ਜਾਏਗੀ, ਇੰਨੀ ਜ਼ਿਆਦਾ ਪ੍ਰੋਬਲਮ ਹੋ ਜਾਵੇਗੀ। ਸੋ ਸਖਤ ਮੋਚ ਦੀ ਸੂਰਤ ਵਿੱਚ ਕੀ ਹੁੰਦਾ ਹੈ, ਜੋੜ ਦੀ ਉੱਪਰਲੀ ਚਮੜੀ ਦਾ ਰੰਗ ਨੀਲਾ ਵੀ ਹੋ ਜਾਂਦਾ ਹੈ। ਜਿਵੇਂ ਕਿ ਤੁਹਾਨੂੰ ਤਸਵੀਰ ਵਿੱਚ ਵੀ ਦਿਖ ਰਿਹਾ ਹੈ ਕਿ ਪੈਰ ਦੇ ਵਿੱਚ ਜੋ ਬੱਚੇ ਦਾ ਪੈਰ ਹੈ ਉੱਥੇ ਇੱਕ ਮੋਚ ਆ ਗਈ, ਔਰ ਉਹ ਦੂਸਰੇ ਪੈਰ ਨਾਲੋਂ ਦੇਖੋ ਪੈਰ ਵੀ ਭਾਰੀ ਹੋ ਚੁੱਕਿਆ ਹੈਗਾ, ਮੀਨਜ਼ ਕਿ ਉੱਥੇ ਸੋਜਿਸ਼ ਆ ਗਈ ਹੈ ਔਰ ਉਹ ਨੀਲਾ ਹੋ ਗਿਆ ਹੈ। ਅਜਿਹੇ ਕੁਝ ਸਿੰਪਟਮਸ ਨੇ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੀ ਇਹ ਕਾਰਨ ਕੀ ਹੋਇਆ, ਵੀ ਕਿਉਂ ਮੋਚ ਕਿੱਥੇ ਆ ਚੁੱਕੀ ਹੈ। ਸੋ ਬੱਚਿਓ, ਜੇਕਰ ਅਜਿਹੀ ਸਾਡੇ ਮੋਚ ਜਾਂ ਕਿਸੇ ਗਲਤੀ ਕਾਰਨ ਮੋਚ ਆ ਵੀ ਜਾਂਦੀ ਹੈ ਤਾਂ ਅਸੀਂ ਇਸ ਦਾ ਇਲਾਜ ਜੋ ਹੈ ਉਹ ਕਿਵੇਂ ਕਰਨਾ ਹੈ? ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਬੱਚਿਓ, ਜੋ ਸੱਟ ਵਾਲੀ ਜਗ੍ਹਾ ਦੀ ਹਿੱਲ ਜੁਲ ਨਹੀਂ ਹੋਣੀ ਚਾਹੀਦੀ। ਪਹਿਲਾਂ ਵੀ ਆਪਾਂ ਗੱਲ ਕੀਤੀ, ਤੁਸੀਂ ਤਸਵੀਰ ਵਿੱਚ ਵੀ ਦੇਖ ਸਕਦੇ ਹੋ ਕਿ ਜਿਵੇਂ ਕਿ ਬੱਚੇ ਨੇ ਜੇ ਨੀਚੇ ਦੇਖ ਰਹੇ ਹੋ ਤਾਂ ਬਿਲਕੁਲ ਲੇਟ ਗਿਆ ਹੈ, ਉਹ ਆਪਣੀ ਪੱਟੀ ਬੰਨ੍ਹ ਕੇ, ਭਾਵ ਕਿ ਸੱਟ ਵਾਲੀ ਜੋ ਜਗ੍ਹਾ ਹੈ ਉਸਦੀ ਹਿੱਲ ਜੁਲ ਨਹੀਂ ਹੋਣੀ ਚਾਹੀਦੀ, ਕਿਉਂਕਿ ਅਜਿਹੀ ਮੋਚ ਵਾਲੀ ਜਗ੍ਹਾ 'ਤੇ ਵੈਸੇ ਵੀ ਦਰਦ ਬਹੁਤ ਅਸਹਿ ਹੁੰਦਾ ਹੈ। ਸੱਟ ਵਾਲੀ ਜਗ੍ਹਾ 'ਤੇ 48 ਘੰਟੇ ਤੱਕ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ। ਜਿਵੇਂ ਕਿ ਆਪਾਂ ਪਿੱਛੇ ਮਸਲ ਪੁੱਲ ਹੋਣ 'ਤੇ ਵੀ ਗੱਲ ਕੀਤੀ ਸੀ, ਪੱਠਿਆਂ ਦੇ ਖਿਚਾਅ ਵਿੱਚ ਵੀ ਗੱਲ ਕੀਤੀ ਸੀ, ਇਹਦੇ ਵਿੱਚ ਵੀ ਹੈ ਕਿ 48 ਘੰਟੇ ਤੱਕ ਸੱਟ 'ਤੇ ਅਸੀਂ ਕੀ ਹੈ, ਮਾਲਿਸ਼ ਨਹੀਂ ਕਰਨੀ, ਉਸ ਨੂੰ ਗਰਮਾਉਣਾ ਨਹੀਂ ਹੈ, ਉਸ ਜਗ੍ਹਾ 'ਤੇ ਬਰਫ਼ ਘਸਾਉਣੀ ਹੈ ਜਾਂ ਫਿਰ ਠੰਡੇ ਪਾਣੀ ਦੀ ਟਕੋਰ ਕਰਨੀ ਹੈ, ਪੱਟੀਆਂ ਕਰਨੀਆਂ ਹਨ। ਵਧੀਆ ਰਹੇਗਾ ਜੇਕਰ ਜਿਵੇਂ ਤੁਸੀਂ ਪਿਕਚਰ ਵਿੱਚ ਵੀ ਦੇਖ ਸਕਦੇ ਹੋ ਕਿ ਪੈਰ ਦੇ ਉੱਤੇ ਬੱਚਾ ਕੀ ਹੈ, ਬਰਫ਼ ਪਾ ਕੇ ਉਸ ਦੀ ਟਕੋਰ ਕਰ ਰਿਹਾ ਹੈ। ਬਰਫ਼ ਪਾ ਕੇ ਇਸ ਤਰੀਕੇ ਨਾਲ ਹੀ ਟਕੋਰ ਕਰਨੀ ਚਾਹੀਦੀ ਹੈ, ਤਾਂ ਮੋਚ ਦੀ ਜੋ ਹੈ ਦਰਦ ਜੋ ਹੈ ਕੁਛ ਸਾਡਾ ਘਟ ਜਾਵੇਗਾ ਔਰ ਠੀਕ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ, ਕਿਉਂਕਿ ਜਿਹੜੇ ਉੱਥੇ ਮਸਲਸ ਨੇ ਉਹ ਥੋੜ੍ਹੇ ਸੁੰਗੜ ਜਾਣਗੇ ਠੰਡ ਦੇ ਕਾਰਨ ਔਰ ਆਪਣੀ ਸਹੀ ਜਗ੍ਹਾ 'ਤੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅੱਗੇ ਅਸੀਂ ਗੱਲ ਕਰਦੇ ਹਾਂ, ਜੇਕਰ ਮੋਚ ਗਿੱਟੇ 'ਤੇ ਹੋਵੇ ਤਦ 8 ਦੀ ਸ਼ਕਲ ਦੀ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਵੀ ਦੇਖ ਸਕਦੇ ਹੋ ਕਿ ਬੱਚਾ ਜੋ ਹੈ 8 ਜੋ ਪੱਟੀ ਬੰਨ੍ਹ ਰਿਹਾ ਹੈ, ਉਸ ਦੀ ਤੁਹਾਨੂੰ ਸ਼ੇਪ ਵੀ ਜੇਕਰ ਦੇਖੋ ਤਾਂ ਆਠੇ ਵਰਗੀ ਹੀ ਲੱਗ ਰਹੀ ਹੈ, ਕ੍ਰੋਸ ਕਰਕੇ ਘੁੰਮ ਰਹੀ 8 ਦੀ ਸ਼ਕਲ ਦੀ ਪੱਟੀ ਕਰਨੀ ਚਾਹੀਦੀ ਹੈ। ਹਰ ਮੋਚ ਵਾਲੀ ਜਗ੍ਹਾ 'ਤੇ ਪੱਟੀ ਸਾਨੂੰ ਵੈਸੇ ਜਿੱਥੇ ਵੀ ਮੋਚ ਹੋਵੇ ਪੱਟੀ ਬੰਨ੍ਹ ਲੈਣੀ ਚਾਹੀਦੀ ਹੈ। ਜੇਕਰ ਪਰ ਗਿੱਟੇ 'ਤੇ ਹੈ ਤਾਂ ਉਹਦੇ 8 ਦੀ ਸ਼ਕਲ ਦੀ ਪੱਟੀ ਬੰਨ੍ਹਣਾ ਬਹੁਤ ਵਧੀਆ ਰਹਿੰਦਾ ਹੈ। ਮੋਚ ਵਾਲੀ ਜਗ੍ਹਾ 'ਤੇ ਭਾਰ ਨਹੀਂ ਪਾਉਣਾ ਚਾਹੀਦਾ। ਜਿਵੇਂ ਕਿ ਤੁਸੀਂ ਦੇਖਿਆ ਕਿ ਬੱਚੇ ਦੇ ਮੋਚ ਆ ਗਈ ਹੈ ਤਾਂ ਉਹ ਫੌੜੀਆਂ ਦੀ ਸਹਾਇਤਾ ਨਾਲ ਜਿੱਥੇ ਵੀ ਜਾਣਾ ਚਾਹੁੰਦਾ ਜਾ ਰਿਹਾ ਹੈ, ਸਗੋਂ ਮਦਦ ਲਈ ਸਹਾਰਾ ਬੰਨ੍ਹ ਦੇਣਾ ਚਾਹੀਦਾ ਹੈ। ਠੀਕ ਹੈ ਨਾ, ਭਾਰ ਨਹੀਂ ਪੈਣ ਦੇਣਾ। ਜੇਕਰ ਹੋ ਸਕੇ ਤਾਂ ਕਿਸੇ ਫੌੜੀ ਦੇਖੋ ਮੌਕੇ 'ਤੇ ਨਹੀਂ ਹੁੰਦੀ, ਪਰ ਕਿਸੇ ਆਪਣੇ ਸਾਥੀ ਦੇ ਆਪਾਂ ਮੋਢੇ 'ਤੇ ਹੱਥ ਰੱਖ ਕੇ ਜਾਂ ਉਹ ਸਾਨੂੰ ਚੱਕ ਕੇ ਵੀ ਲਿਆ ਸਕਦਾ ਹੈ, ਸੱਟ ਵਾਲੀ ਥਾਂ 'ਤੇ ਸਾਨੂੰ ਭਾਰ ਨਹੀਂ ਪੈਣ ਦੇਣਾ। ਅੱਗੇ ਅਸੀਂ ਗੱਲ ਕਰਦੇ ਹਾਂ, ਹੱਡੀ ਟੁੱਟਣ ਦਾ ਸ਼ੱਕ ਦੂਰ ਕਰਨ ਲਈ ਐਕਸਰੇ ਸਾਨੂੰ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ, ਤਾਂ ਕਿ ਪਤਾ ਲੱਗ ਜਾਏ ਵੀ ਮੋਚ ਹੈ ਜਾਂ ਹੱਡੀ ਕਰੈਕ ਹੋਈ ਹੈ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਵੀ ਦੇਖ ਸਕਦੇ ਹੋ ਕਿ ਉੱਥੋਂ ਵੀ ਗਿੱਟੇ 'ਤੇ ਜੋ ਹੈ ਉਹ ਕਰੈਕ ਆ ਚੁੱਕਿਆ ਹੈ। ਐਕਸਰੇ ਤੋਂ ਪਤਾ ਲੱਗਦਾ ਹੈ। ਜੇਕਰ ਅਸੀਂ ਬਾਹਰੋਂ ਅੰਦਾਜ਼ਾ ਲਾਈਏ ਤਾਂ ਸਾਨੂੰ ਲੱਗੂ ਵੀ ਸ਼ਾਇਦ ਮੋਚ ਆ ਗਈ ਹੈ, ਪਰ ਐਕਸਰੇ ਕਰਾਉਣ 'ਤੇ ਸਾਨੂੰ ਸਹੀ ਸਥਿਤੀ ਦਾ ਪਤਾ ਲੱਗ ਜਾਂਦਾ ਹੈ। ਵੈਸੇ ਵੀ ਆਪਾਂ ਗੱਲ ਕਰਦੇ ਹਾਂ, ਮੁੱਢਲੀ ਸਹਾਇਤਾ ਦੇ ਰਹੇ ਹਾਂ ਆਪਾਂ ਕਿਸੇ ਵੀ ਖਿਡਾਰੀ ਨੂੰ, ਨਾ ਕਿ ਉਸ ਦਾ ਟ੍ਰੀਟਮੈਂਟ ਕਰ ਰਹੇ ਹਾਂ। ਟ੍ਰੀਟਮੈਂਟ ਜੋ ਹੈ ਡਾਕਟਰ ਨੇ ਹੀ ਕਰਨਾ ਹੈ, ਅਸੀਂ ਸਿਰਫ ਉਹਨੂੰ ਮੁੱਢਲੀ ਸਹਾਇਤਾ ਦੇ ਕੇ ਹੌਸਪੀਟਲ ਤੱਕ ਪਹੁੰਚਾਉਣਾ ਹੈ ਔਰ ਜੋ ਯੋਗ ਹੋ ਸਕੇ ਉਸ ਲਈ ਕਰਨਾ ਹੈ। ਸੋ ਬੱਚਿਓ, 48 ਘੰਟੇ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਪਹਿਲਾਂ, 48 ਘੰਟੇ ਤੋਂ ਪਹਿਲਾਂ ਕੀ ਕਰਨਾ ਹੈ, ਉਸਦੀ ਬਰਫ਼ ਘਸਾਉਣੀ ਹੈ। ਪਰ 48 ਘੰਟੇ ਤੋਂ 72 ਘੰਟੇ ਬਾਅਦ ਜੋ ਹੈ ਅਸੀਂ
ਸੇਕ ਔਰ ਮਾਲਿਸ਼ ਕਰ ਸਕਦੇ ਹਾਂ। ਉੱਥੇ ਗਰਮ ਪੱਟੀ ਵੀ ਬੰਨ੍ਹ ਸਕਦੇ ਹਾਂ ਜਾਂ ਫਿਰ ਅਸੀਂ ਉੱਥੇ ਜੋ ਮਾਲਿਸ਼ ਕਰ ਸਕਦੇ ਹਾਂ, ਸੇਕਾ ਦੇ ਸਕਦੇ ਹਾਂ, ਪਰ 48 ਘੰਟੇ ਬਾਅਦ 48 ਘੰਟੇ ਪਹਿਲਾਂ ਬਰਫ਼ ਔਰ ਠੰਡੇ ਪਾਣੀ ਦਾ ਹੀ ਕਾਰਵਾਈ ਕਰਨੀ ਹੈ। ਇਸ ਤੋਂ ਬਾਅਦ ਯੋਗ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ। ਮਾਲਿਸ਼ ਕਰ ਦੇਣੀ ਚਾਹੀਦੀ ਹੈ ਔਰ ਯੋਗ ਕਿਰਿਆਵਾਂ ਜੋ ਨੇ ਯੋਗਾ ਸਾਨੂੰ ਕਰਨਾ ਚਾਹੀਦਾ ਹੈ। ਯੋਗ ਵਾਲੀ ਜਗ੍ਹਾ 'ਤੇ ਮੋਚ ਵਾਲੀ ਜਗ੍ਹਾ ਦਾ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਉਸੇ ਜਗ੍ਹਾ 'ਤੇ ਫਿਰ ਬਰਾਬਰ ਮੋਚ ਆਉਣ ਦਾ ਡਰ ਬਣਿਆ ਰਹਿੰਦਾ ਹੈ। ਬੱਚਿਓ, ਕਈ ਵਾਰ ਕੀ ਹੁੰਦਾ ਕਿ ਸਾਡੇ ਪਹਿਲਾਂ ਵੀ ਕਦੇ ਕਿਸੇ ਅੰਗ 'ਤੇ ਮੋਚ ਆ ਗਈ ਹੁੰਦੀ ਹੈ, ਤਾਂ ਸਾਨੂੰ ਉਸ ਅੰਗ ਨੂੰ ਵੀ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਉੱਥੇ ਦੁਬਾਰਾ ਮੋਚ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜਦੋਂ ਇੱਕ ਜਗ੍ਹਾ 'ਤੇ ਮੋਚ ਆਈ ਹੋਵੇ ਤਾਂ ਉੱਥੇ ਦੁਬਾਰਾ ਜਲਦੀ ਹੀ ਮੋਚ ਆ ਸਕਦੀ ਹੈ। ਇੱਕ ਕਹਾਵਤ ਵੀ ਹੈ, ਵਨਸ ਅ ਸਪ੍ਰੇਨ ਆਲਵੇਜ਼ ਅ ਸਪ੍ਰੇਨ, ਭਾਵ ਕਿ ਜਦੋਂ ਕਿ ਇੱਕ ਜਗ੍ਹਾ 'ਤੇ ਆ ਗਈ ਤਾਂ ਉਹ ਵਾਰੀ ਉੱਥੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬੱਚਿਓ, ਇਹ ਪਾਠ ਆਪਣਾ ਕਾਫੀ ਲੰਮਾ ਹੈ, ਟੌਪਿਕ ਕਾਫੀ ਜ਼ਿਆਦਾ ਨੇ ਇਸਦੇ, ਤਾਂ ਇਹ ਜੋ ਅੱਜ ਦਾ ਟੌਪਿਕ ਆਪਾਂ ਇੱਥੇ ਹੀ ਬੰਦ ਕਰਦੇ ਹਾਂ। ਜੋ ਇਸਦੇ ਅਗਲੇ ਪੁਆਇੰਟਸ ਨੇ ਜੋੜ ਉਤਰਨ ਬਾਰੇ, ਜਾਂ ਫਿਰ ਅਸੀਂ ਅੱਗੇ ਗੱਲ ਕਰਾਂਗੇ ਸਾਡੇ ਹੱਡੀ ਟੁੱਟਣ ਬਾਰੇ। ਇਹ ਜੋ ਸਾਰੇ ਪੁਆਇੰਟਸ ਨੇ ਅਸੀਂ ਨੈਕਸਟ ਜੋ ਸਾਡਾ ਪਾਰਟ ਹੈ ਉਹਦੇ ਵਿੱਚ ਅਸੀਂ ਇਸ ਨੂੰ ਪੂਰਾ ਕਰਾਂਗੇ। ਬੇਹੋਸ਼ੀ ਬਾਰੇ ਗੱਲ ਕਰਾਂਗੇ, ਕਿਉਂਕਿ ਜੇ ਆਪਾਂ ਇੱਥੇ ਗੱਲ ਕਰਦੇ ਹਾਂ ਤਾਂ ਬਹੁਤ ਵੱਡਾ ਇਹ ਸਾਡਾ ਚੈਪਟਰ ਕਾਫੀ ਲੰਬਾ ਹੋ ਜਾਊਗਾ। ਸੋ ਸਾਰੇ ਬੱਚਿਆਂ ਦਾ ਧੰਨਵਾਦ। ਜਿੰਨਾ ਅਸੀਂ ਪਾਠ ਹੁਣ ਅਸੀਂ ਕੀਤਾ ਹੈ, ਤੁਸੀਂ ਉਸ ਨੂੰ ਆਪਣੀ ਬੁੱਕਸ ਦੇ ਵਿੱਚੋਂ ਚੰਗੇ ਤਰੀਕੇ ਨਾਲ ਪੜ੍ਹ ਲੈਣਾ ਹੈ, ਤਾਂ ਜੋ ਤੁਹਾਨੂੰ ਹੋਰ ਵਧੀਆ ਜੋ ਹੈ ਸਮਝ ਲੱਗ ਸਕੇ। ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ।